ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਟੀਵੀ ਪੰਜਾਬ ਦੇਖ ਰਹੇ तमाम ਦਰਸ਼ਕਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ। ਸ਼ੁਰੂਆਤ ਕਰਦੇ ਹਾਂ ਖਬਰਾਂ ਦੇ ਇਸ ਬੁਲੇਟਿਨ ਦੀ, ਜਿਸ ਵਿੱਚ ਸਭ ਤੋਂ ਪਹਿਲਾਂ ਝਾਤ ਮਾਰਾਂਗੇ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰਕਾਸ਼ ਪੁਰਬ ਦੀ ਵਧਾਈ, ਜਗਮੀਤ ਸਿੰਘ ਨੇ ਵੀ ਕੀਤਾ ਟਵੀਟ। ਕੈਨੇਡਾ ਦੇ ਗੁਰਦੁਆਰਾ ਸਾਹਿਬ ਵੀ ਆਏ ਕਿਸਾਨਾਂ ਦੇ ਹੱਕ ਦੇ ਵਿੱਚ ਕੀਤਾ 10 ਲੱਖ ਦੇਣ ਦਾ ਐਲਾਨ। ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਦੇ ਵਿੱਚ ਵੀ ਉੱਠੀ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼। ਅਮਰੀਕਨ ਸਟੇਟ ਆਗੂ ਵੀ ਆਏ ਕਿਸਾਨਾਂ ਦੇ ਹੱਕ ਦੇ ਵਿੱਚ। ਸਰੀ ਦੇ ਵਿੱਚ ਮਨਾਇਆ ਗਿਆ ਪ੍ਰਕਾਸ਼ ਦਿਹਾੜਾ, ਕੋਵਿਡ ਗਾਈਡਲਾਈਨਸ ਦਾ ਕੀਤਾ ਗਿਆ ਪਾਲਣ। ਕ੍ਰਿਸਮਸ ਦੇ ਲਈ ਸਜਾਇਆ ਗਿਆ ਵਾਈਟ ਹਾਊਸ, ਮੈਲਾਨੀਆ ਨੇ ਦਿਖਾਈ ਵਾਈਟ ਹਾਊਸ ਦੀ ਸਜਾਵਟ। ਕੈਨੇਡਾ ਦੇ ਵਿੱਚ ਕੋਵਿਡ-19 ਅਪਡੇਟ, ਦੱਸਾਂਗੇ ਕਿੱਥੋਂ ਆਏ ਕਿੰਨੇ ਕੋਵਿਡ-19 ਦੇ ਮਾਮਲੇ। ਇਸ ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਕੈਨੇਡੀਅਨ ਪ੍ਰਧਾਨ ਮੰਤਰੀ ਤੇ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਸਿੱਖਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਪਰ ਵਧਾਈ ਦਿੱਤੀ ਗਈ ਹੈ। ਟਵਿੱਟਰ ਦੇ ਉੱਪਰ ਦੋਹਾਂ ਵੱਲੋਂ ਪੋਸਟ ਸਾਂਝੀ ਕੀਤੀ ਹੈ। ਜਸਟਿਨ ਟਰੂਡੋ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਤੇ ਪੂਰੇ ਵਿਸ਼ਵ ਦੇ ਵਿੱਚ ਇਹ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਤੇ ਉਹ ਪ੍ਰਕਾਸ਼ ਦਿਹਾੜੇ ਦੀ ਵਧਾਈ ਆਖਦੇ ਨੇ। ਜੇਕਰ ਐਨਡੀਪੀ ਲੀਡਰ ਜਗਮੀਤ ਸਿੰਘ ਦੀ ਅਸੀਂ ਗੱਲ ਕਰੀਏ ਤਾਂ ਉਹਨਾਂ ਨੇ ਇਸ ਮੌਕੇ ਖਾਸ ਤੌਰ ਤੇ ਜ਼ਿਕਰ ਕੀਤਾ ਹੈ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ, ਦਿੱਲੀ ਦੇ ਵਿੱਚ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਕਿਸਾਨਾਂ ਦਾ। ਉਹਨਾਂ ਨੇ ਕਿਹਾ ਕਿ ਦਿੱਲੀ ਵਿੱਚ ਪ੍ਰੋਟੈਸਟ ਕਰਨ ਵਾਲੇ ਕਿਸਾਨ ਤੇ ਬਾਕੀ ਸਭ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਧਾਈ ਦਿੱਤੀ ਹੈ। ਐਨਡੀਪੀ ਲੀਡਰ ਜਗਮੀਤ ਸਿੰਘ ਨੇ ਵੀ ਵਧਾਈ ਦਿੰਦਿਆਂ ਟਵੀਟ ਕੀਤਾ ਹੈ। ਟਰੂਡੋ ਨੇ ਲਿਖਿਆ ਕਿ ਅੱਜ ਸਿੱਖ ਕੈਨੇਡਾ ਅਤੇ ਪੂਰੇ ਵਿਸ਼ਵ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਨ ਅਤੇ ਮੈਂ ਸਾਰਿਆਂ ਨੂੰ ਇਸ ਮੌਕੇ ਵਧਾਈ ਆਖਦਾ ਹਾਂ। ਜਗਮੀਤ ਸਿੰਘ ਨੇ ਲਿਖਿਆ ਕਿ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ। ਉਹਨਾਂ ਨਾਲ ਹੀ ਕਿਸਾਨਾਂ ਦਾ ਵੀ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਮਿਲੀਅਨਸ ਦੇ ਵਿੱਚ ਕਿਸਾਨ ਭਾਰਤ ਦੀ ਰਾਜਧਾਨੀ ਦਿੱਲੀ ਵੱਲ ਮਾਰਚ ਕਰ ਰਹੇ ਹਨ। ਉਹਨਾਂ ਨੂੰ ਤੇ ਬਾਕੀ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ। ਦੱਸ ਦਈਏ ਕਿ ਕੈਨੇਡਾ ਦੇ ਵਿੱਚ ਵੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਜਾਣੀ ਕਿ ਬਰਥ ਸੈਰੇਮਨੀ ਮਨਾਈ ਗਈ। ਗੁਰਦੁਆਰਾ ਸਾਹਿਬਾਨ ਦੇ ਵਿੱਚ ਵੀ ਸਮਾਗਮ ਕੀਤੇ ਗਏ। ਨਾਲ ਹੀ ਕੋਵਿਡ-19 ਦੀਆਂ ਗਾਈਡਲਾਈਨਸ ਦੀ ਵੀ ਪਾਲਣਾ ਕੀਤੀ ਗਈ। ਸੰਗਤ ਨੇ ਫਿਜ਼ੀਕਲ ਡਿਸਟੈਂਸਿੰਗ ਦਾ ਖਿਆਲ ਰੱਖਿਆ ਅਤੇ ਮਾਸਕ ਵੀ ਇਸ ਮੌਕੇ ਉੱਪਰ ਪਹਿਨੇ ਹੋਏ ਸੀ। ਸੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵਧਾਈ ਦਿੱਤੀ ਗਈ ਤੇ ਨਾਲ ਦੀ ਨਾਲ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਵੀ ਇਸ ਮੌਕੇ ਵਧਾਈ ਦਿੱਤੀ ਗਈ ਹੈ। ਸੋ ਹੁਣ ਕੈਨੇਡਾ ਦੇ ਗੁਰਦੁਆਰਾ ਸਾਹਿਬਾਨ ਵੀ ਭਾਰਤ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਨਜ਼ਰ ਆਏ ਨੇ। ਉਹਨਾਂ ਵੱਲੋਂ ਐਲਾਨ ਕੀਤਾ ਹੈ ਕਿ ਉਹ 10 ਲੱਖ ਰੁਪਇਆ ਜਿਹੜਾ ਹੈ ਉਹ ਕਿਸਾਨਾਂ ਨੂੰ ਦੇਣਗੇ। ਸੋ ਬ੍ਰਿਟਿਸ਼ ਕੋਲੰਬੀਆ ਦੇ 4 ਗੁਰਦੁਆਰਾ ਸਾਹਿਬਾਨ ਨੇ ਜਿਨ੍ਹਾਂ ਵੱਲੋਂ ਇਹ ਐਲਾਨ ਕੀਤਾ ਗਿਆ ਹੈ। ਜਾਣਕਾਰੀ ਇਸ ਖਬਰ ਦੇ ਵਿੱਚ ਤੁਹਾਡੇ ਨਾਲ ਇਸ ਸੰਬੰਧੀ ਸਾਂਝੀ ਕਰਾਂਗੇ, ਨਾਲ ਦੀ ਨਾਲ ਸੁਣਾਵਾਂਗੇ ਕਿ ਕਿਸ ਤਰ੍ਹਾਂ ਉਹਨਾਂ ਵੱਲੋਂ ਕੀ ਐਲਾਨ ਕੀਤਾ ਗਿਆ ਹੈ। ਕੈਨੇਡਾ ਦੇ ਗੁਰਦੁਆਰਾ ਸਾਹਿਬ ਵੀ ਹੁਣ ਭਾਰਤ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਆਏ ਨੇ। ਉਹਨਾਂ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਦੇ 4 ਗੁਰਦੁਆਰਾ ਸਾਹਿਬਾਨ ਨੇ 10 ਲੱਖ ਦਾ ਲੀਗਲ ਡਿਫੈਂਸ ਫੰਡ ਤਿਆਰ ਕੀਤਾ ਹੈ। ਇਹ ਐਲਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਉੱਪਰ ਕੀਤਾ ਗਿਆ। ਇਹ ਫੰਡ ਪੰਜਾਬ ਦੇ ਕਿਸਾਨਾਂ ਤੇ ਝੂਠੇ ਕੇਸਾਂ ਜਾਂ ਫਿਰ ਸਰਕਾਰ ਦੇ ਟਾਕਰੇ ਕਰਦਿਆਂ ਗ੍ਰਿਫਤਾਰੀਆਂ ਦੇ ਲਈ ਉਹਨਾਂ ਦੀ ਸਹਾਇਤਾ ਕਰੇਗਾ। ਇਹਨਾਂ 4 ਗੁਰਦੁਆਰਾ ਸਾਹਿਬਾਨ ਦੇ ਵਿੱਚ 3 ਸਰੀ ਦੇ ਅਤੇ 1 ਵੈਸਟਮਿੰਸਟਰ ਦਾ ਗੁਰਦੁਆਰਾ ਸਾਹਿਬ ਸ਼ਾਮਿਲ ਹੈ। ਹਰੇਕ ਗੁਰਦੁਆਰਾ ਸਾਹਿਬਾਨ ਗਰਾਊਂਡ ਤੇ ਪੰਥਕ ਵਕੀਲਾਂ ਅਤੇ ਜਥੇਬੰਦੀਆਂ ਦੇ ਨਾਲ ਸਲਾਹ ਕਰਕੇ ਸਮੇਂ-ਸਮੇਂ ਦੇ ਉੱਪਰ ਫੰਡ ਰਿਲੀਜ਼ ਕਰਨਗੇ। ਦੱਸ ਦਈਏ ਕਿ ਭਾਰਤ ਦੇ ਵਿੱਚ ਕਿਸਾਨਾਂ ਵੱਲੋਂ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕੈਨੇਡਾ ਦੇ ਕਈ ਐਮਪੀਜ਼ ਅਤੇ ਵਿਧਾਇਕਾਂ ਵੱਲੋਂ ਵੀ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਗਿਆ ਸੀ। ਇਸ ਮੌਕੇ ਦੇ ਉੱਪਰ ਸਰੀ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਨਰਿੰਦਰ ਸਿੰਘ ਨੇ ਟੀਵੀ ਪੰਜਾਬ ਦੇ ਨਾਲ ਗੱਲਬਾਤ ਕੀਤੀ, ਜਿਸ ਵਿੱਚ ਉਹਨਾਂ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ। ਆਓ ਤੁਹਾਨੂੰ ਸੁਣਾਉਂਦੇ ਹਾਂ ਕਿ ਉਹਨਾਂ ਇਸ ਮੌਕੇ ਦੇ ਉੱਪਰ ਕੀ ਕਿਹਾ। ਅੱਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਦੀ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਜਿੱਥੇ ਵੀ ਵਸ ਰਹੀ ਹੈ ਸਾਰਿਆਂ ਨੂੰ ਬਹੁਤ ਲੱਖ ਲੱਖ ਵਧਾਈ ਹੋਵੇ ਜੀ। ਜਿੱਥੇ ਅੱਜ ਆਪਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਗਮਨ ਪੁਰਬ ਮਨਾ ਰਹੇ ਹਾਂ, ਉੱਥੇ ਸਤਿਗੁਰੂ ਜੀ ਨੇ ਇੱਕ ਜੋ ਸਾਨੂੰ ਸਿੱਖਿਆ ਦਿੱਤੀ ਸੀ, ਆਪ ਖੇਤੀ ਕਰਕੇ ਆਪ ਕਿਸਾਨੀ ਕੀਤੀ। ਸਤਿਗੁਰੂ ਨੇ ਕਿਸਾਨੀ ਦੇ ਸ਼ਬਦ ਗੁਰਬਾਣੀ ਵਿੱਚ ਅੰਕਿਤ ਕੀਤੇ। ਅੱਜ ਉਹ ਕਿਰਤੀ ਕਾਮੇ ਕਿਸਾਨ ਜਿਹੜੇ ਆ ਮੋਰਚੇ ਲਾ ਕੇ ਬੈਠੇ ਨੇ ਆਪਣੀਆਂ ਮੰਗਾਂ ਲੈ ਕੇ, ਔਰ ਬਹੁਤ ਉੱਥੇ ਮੁਸੀਬਤਾਂ ਆ ਰਹੀਆਂ ਨੇ। ਅੱਜ ਅਸੀਂ ਗੁਰਦੁਆਰਾ ਸਾਹਿਬ ਵੱਲੋਂ 10 ਲੱਖ ਰੁਪਈਆ ਉਹਨਾਂ ਕਿਰਤੀ ਕਿਸਾਨਾਂ ਵਾਸਤੇ ਅਨਾਉਂਸ ਕੀਤਾ, ਜਿਹੜਾ ਕਿ
ਬਾਕੀ ਵੀ ਅਸੀਂ ਸਮੁੱਚੇ ਜਿੰਨੇ ਵਰਲਡ ਦੇ ਵਿੱਚ ਗੁਰਦੁਆਰੇ ਨੇ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਵੀ ਹੁਣ ਇਹ ਮੌਕਾ ਹੈ ਗੁਰੂ ਨਾਨਕ ਦੇ ਉਹ ਕਿਰਤੀ ਕਾਮੇ ਜਿਹੜੇ ਅੱਜ ਧਰਨੇ ਲਾ ਕੇ ਬੈਠੇ ਨੇ ਉਹਨਾਂ ਲਈ ਆਪਾਂ ਆਪਣੀਆਂ ਗੋਲਕਾਂ ਦੇ ਮੂੰਹ ਖੋਲੀਏ ਤਾਂ ਕਿ ਉਹਨਾਂ ਦੀ ਆਪਾਂ ਹੈਲਪ ਕਰ ਸਕੀਏ। ਜਿੱਥੇ ਵੀ ਉਹਨਾਂ ਨੂੰ ਲੋੜ ਪੈਂਦੀ ਲੀਗਲ ਤੌਰ ਤੇ ਪੈਸੇ ਦੀ ਲੋੜ ਪੈਂਦੀ ਆ, ਕਿਸਾਨਾਂ ਦੀ ਹੈਲਪ ਦੀ ਲੋੜ ਪੈਂਦੀ ਆ, ਉਹਨਾਂ ਦੀਆਂ ਕਮੇਟੀਆਂ ਜਿਹੜੀਆਂ ਬਣਨਗੀਆਂ ਪੈਸੇ ਜਿੱਥੇ ਵੀ ਜਾਣਗੇ ਸਹੀ ਤਰੀਕੇ ਦੇ ਨਾਲ ਉੱਥੇ ਇਹ ਪੈਸੇ ਅਸੀਂ ਪਹੁੰਚਾਵਾਂਗੇ। ਅੱਜ ਅਸੀਂ ਇਹ 10 ਲੱਖ ਰੁਪਈਆ ਜਿਹੜਾ ਉਹਨਾਂ ਵਾਸਤੇ ਅਨਾਉਂਸ ਕਰ ਰਹੇ ਹਾਂ ਜੀ। ਸੋ ਆਪਾਂ ਸਾਰੇ ਰਲ ਮਿਲ ਕੇ ਹਮਲਾ ਮਾਰੀਏ ਜਿੱਥੇ ਅੱਜ ਗੁਰਪੁਰਬ ਮਨਾ ਰਹੇ। ਇਸ ਗੁਰਪੁਰਬ ਤੇ ਇੱਕ ਵੱਡੀ ਸਾਨੂੰ ਸੇਧ ਆ ਕਿ ਅਸੀਂ ਉਹਨਾਂ ਕਿਰਤੀਆਂ ਕਾਮਿਆਂ ਦੇ ਨਾਲ ਜੁੜ ਸਕੀਏ ਜੀ। ਸਾਰੀਆਂ ਸੰਗਤਾਂ ਨੂੰ ਫਿਰ ਲੱਖ ਲੱਖ ਵਧਾਈ ਗੁਰਦੁਆਰਾ ਦੁਗਨਵਾਨ ਸਾਹਿਬ ਵੱਲੋਂ, ਸਮੁੱਚੀਆਂ ਸੰਗਤਾਂ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਬਾਈਡਨ ਦੀ ਲੱਤ ਦੇ ਵਿੱਚ ਫ੍ਰੈਕਚਰ ਹੋਣ ਦੀ ਖਬਰ ਹੈ ਤੇ ਅਜਿਹੇ ਦੇ ਵਿੱਚ ਡੋਨਾਲਡ ਟਰੰਪ ਵੱਲੋਂ ਦੁਆ ਕੀਤੀ ਗਈ ਹੈ। ਸੋ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਦੱਸ ਦਈਏ ਕਿ ਜੋ ਬਾਈਡਨ ਆਪਣੇ ਪਾਲਤੂ ਕੁੱਤੇ ਦੇ ਨਾਲ ਖੇਡ ਰਹੇ ਸੀ, ਜਿਸ ਦੌਰਾਨ ਉਹਨਾਂ ਦਾ ਪੈਰ ਫਿਸਲ ਗਿਆ ਤੇ ਇਹ ਘਟਨਾ ਉਹਨਾਂ ਦੇ ਨਾਲ ਵਾਪਰੀ ਹੈ। ਬਾਕੀ ਜਾਣਕਾਰੀ ਉਹਨਾਂ ਦੇ ਡਾਕਟਰਾਂ ਵੱਲੋਂ ਵੀ ਸਾਂਝੀ ਕੀਤੀ ਗਈ ਹੈ ਤੇ ਬਾਕੀ ਪੂਰੀ ਅਪਡੇਟ ਤੁਹਾਡੇ ਨਾਲ ਇਸ ਖਬਰ ਦੇ ਰਾਹੀਂ ਅਸੀਂ ਸਾਂਝੀ ਕਰਾਂਗੇ। ਜੋ ਬਾਈਡਨ ਦੀ ਲੱਤ ਦੇ ਵਿੱਚ ਫ੍ਰੈਕਚਰ ਹੋਇਆ ਹੈ ਅਤੇ ਡੋਨਾਲਡ ਟਰੰਪ ਨੇ ਦੁਆ ਕੀਤੀ ਹੈ। ਜੀ ਹਾਂ, ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਈਡਨ ਦੇ ਪੈਰ ਦੀ ਹੱਡੀ ਟੁੱਟ ਗਈ ਹੈ ਤੇ ਡੋਨਾਲਡ ਟਰੰਪ ਨੇ ਟਵਿੱਟਰ ਦੇ ਉੱਪਰ ਉਹਨਾਂ ਨੂੰ ਗੈਟ ਵੈਲ ਸੂਨ ਲਿਖਿਆ ਹੈ। ਦਰਅਸਲ ਪਾਲਤੂ ਕੁੱਤੇ ਦੇ ਨਾਲ ਖੇਡਦਿਆਂ ਇਹ ਹਾਦਸਾ ਵਾਪਰਿਆ ਸੀ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਆਪਣੇ ਪਾਲਤੂ ਕੁੱਤੇ ਦੇ ਨਾਲ ਖੇਡਣ ਦੌਰਾਨ ਤਿਲਕ ਕੇ ਡਿੱਗ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਦੇ ਨਾਲ ਉਹਨਾਂ ਦੇ ਸੱਜੇ ਪੈਰ ਦੇ ਵਿੱਚ ਮਾਮੂਲੀ ਫ੍ਰੈਕਚਰ ਆ ਗਿਆ। ਇਸ ਕਾਰਨ ਉਹ ਹਫ਼ਤੇ ਤੱਕ ਬਿਨਾਂ ਸਹਾਰੇ ਦੇ ਚੱਲ ਨਹੀਂ ਸਕਣਗੇ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਕੇ ਬਾਈਡਨ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ। ਬਾਈਡਨ ਉਸ ਸਮੇਂ ਡਿੱਗ ਪਏ ਸਨ ਜਦੋਂ ਉਹ ਆਪਣੇ 2 ਜਰਮਨ ਸ਼ੈਫਰਡ ਕੁੱਤਿਆਂ ਦੇ ਵਿੱਚੋਂ ਇੱਕ, ਜਿਸ ਦਾ ਨਾਮ ਮੇਜਰ ਹੈ, ਉਸ ਦੇ ਨਾਲ ਖੇਡ ਰਹੇ ਸਨ। ਡਿੱਗਣ ਦੌਰਾਨ ਉਹਨਾਂ ਦਾ ਪੈਰ ਮੁੜ ਗਿਆ ਸੀ। ਬਾਈਡਨ ਦੇ ਨਿੱਜੀ ਡਾਕਟਰ ਕੇਵਿਨ ਓਕਾਰਨਰ ਨੇ ਇੱਕ ਬਿਆਨ ਦੇ ਵਿੱਚ ਦੱਸਿਆ ਸੀ ਕਿ ਐਕਸ-ਰੇ ਵਿੱਚ ਸਪਸ਼ਟ ਤੌਰ ਦੇ ਉੱਪਰ ਕੋਈ ਫ੍ਰੈਕਚਰ ਦਿਖਾਈ ਨਹੀਂ ਦਿੱਤਾ, ਜਦਕਿ ਸਿਟੀ ਸਕੈਨ ਤੋਂ ਨਵੇਂ ਚੁਣੇ ਗਏ ਰਾਸ਼ਟਰਪਤੀ ਦੇ ਸੱਜੇ ਪੈਰ ਦੇ ਵਿੱਚ ਮਾਮੂਲੀ ਫ੍ਰੈਕਚਰ ਬਾਰੇ ਪਤਾ ਲੱਗਿਆ। ਇਸ ਕਾਰਨ ਹੁਣ ਉਹਨਾਂ ਨੂੰ ਕੁਝ ਹਫ਼ਤਿਆਂ ਤੱਕ ਸਹਾਰੇ ਨਾਲ ਚੱਲਣਾ ਪੈ ਸਕਦਾ ਹੈ। ਡਾਕਟਰ ਕੇਵਿਨ ਨੇ ਪਿਛਲੇ ਸਾਲ ਦਸੰਬਰ ਦੇ ਵਿੱਚ ਬਾਈਡਨ ਦੀ ਸਿਹਤ ਦੇ ਬਾਰੇ ਵਿੱਚ ਦੱਸਿਆ ਸੀ ਕਿ ਉਹ ਰਾਸ਼ਟਰਪਤੀ ਬਣਨ ਦੇ ਲਈ ਪੂਰੀ ਤਰ੍ਹਾਂ ਸਿਹਤਮੰਦ ਹਨ। ਦੱਸ ਦਈਏ ਕਿ ਬਾਈਡਨ ਤੰਬਾਕੂ ਅਤੇ ਸ਼ਰਾਬ ਦਾ ਸੇਵਨ ਨਹੀਂ ਕਰਦੇ ਅਤੇ ਹਫ਼ਤੇ ਵਿੱਚ 5 ਦਿਨ ਐਕਸਰਸਾਈਜ਼ ਕਰਦੇ ਹਨ। ਅਮਰੀਕਾ ਦੇ ਵਿੱਚ 3 ਨਵੰਬਰ ਨੂੰ ਹੋਈ ਅਮਰੀਕਾ ਚੋਣ ਦੇ ਵਿੱਚ ਟਰੰਪ ਨੂੰ ਹਰਾ ਕੇ ਬਾਈਡਨ ਰਾਸ਼ਟਰਪਤੀ ਚੁਣੇ ਗਏ। ਉਹ 20 ਜਨਵਰੀ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ ਤੇ ਉਹ ਅਮਰੀਕਾ ਦੇ ਸਭ ਤੋਂ ਵੱਧ ਉਮਰ ਦੇ ਰਾਸ਼ਟਰਪਤੀ ਹੋਣਗੇ। ਪੂਰੇ ਵਿਸ਼ਵ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ। ਗੱਲ ਕਰੀਏ ਕੈਨੇਡਾ ਸਰੀ ਦੀ ਤਾਂ ਇੱਥੇ ਵੀ ਪੂਰੀ ਸ਼ਰਧਾ ਤੇ ਭਾਵਨਾ ਦੇ ਨਾਲ ਇਹ ਦਿਹਾੜਾ ਮਨਾਇਆ ਗਿਆ ਹੈ। ਇਸ ਮੌਕੇ ਤੇ ਕੋਵਿਡ-19 ਦੀਆਂ ਗਾਈਡਲਾਈਨਸ ਦੀ ਪਾਲਣਾ ਕੀਤੀ ਗਈ ਹੈ। ਨਿਯਮਾਂ ਦੀ ਇੱਥੇ ਪਾਲਣਾ ਕੀਤੀ ਗਈ ਹੈ। ਮਾਸਕ ਸੰਗਤ ਵੱਲੋਂ ਪਹਿਨਿਆ ਹੋਇਆ ਸੀ ਤੇ ਨਾਲ ਦੀ ਨਾਲ ਫਿਜ਼ੀਕਲ ਡਿਸਟੈਂਸਿੰਗ ਦਾ ਵੀ ਖਾਸ ਤੌਰ ਦੇ ਉੱਪਰ ਖਿਆਲ ਰੱਖਿਆ ਗਿਆ। ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਕੈਨੇਡਾ ਦੇ ਵਿੱਚ ਵੀ ਮਨਾਇਆ ਗਿਆ। ਇਹ ਦਿਹਾੜਾ ਸਰੀ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਕੈਨੇਡਾ ਦੇ ਵਿੱਚ ਕੋਵਿਡ-19 ਦੇ ਕਰਕੇ ਕੁਝ ਪਾਬੰਦੀਆਂ ਲਗਾਈਆਂ ਗਈਆਂ ਹਨ, ਜਿਸ ਦੇ ਚੱਲਦਿਆਂ ਇੱਥੇ ਵੀ ਹਦਾਇਤਾਂ ਦੀ ਪਾਲਣਾ ਕੀਤੀ ਗਈ। ਇਸ ਮੌਕੇ ਸੰਗਤ ਵੱਲੋਂ ਮਾਸਕ ਪਹਿਨਿਆ ਹੋਇਆ ਸੀ। ਫਿਜ਼ੀਕਲ ਡਿਸਟੈਂਸਿੰਗ ਦਾ ਵੀ ਖਾਸ ਖਿਆਲ ਰੱਖਿਆ ਗਿਆ। ਲੰਗਰ ਵੀ ਆਈ ਹੋਈ ਸੰਗਤ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਵਰਤਾਇਆ ਗਿਆ, ਕਿਉਂਕਿ ਇੱਥੇ ਕਾਫੀ ਕੋਵਿਡ ਕੇਸ ਸਾਹਮਣੇ ਆਏ ਅਤੇ ਇਸ ਦੇ ਚੱਲਦਿਆਂ ਸਾਰੇ ਰੂਲਸ ਫੋਲੋ ਕੀਤੇ ਗਏ। ਇਸ ਮੌਕੇ ਟੀਵੀ ਪੰਜਾਬ ਦੇ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਨਰਿੰਦਰ ਸਿੰਘ ਨੇ ਸਭ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਇਸ ਮੌਕੇ ਉਹਨਾਂ ਭਾਰਤ ਦੇ ਕਿਸਾਨਾਂ ਦਾ ਖਾਸ ਤੌਰ ਦੇ ਉੱਪਰ ਜ਼ਿਕਰ ਕੀਤਾ ਤੇ ਕਿਹਾ ਕਿ ਕਿਸਾਨ ਭਾਰਤ ਦੇ ਵਿੱਚ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰ ਰਹੇ ਨੇ ਅਤੇ ਉਹਨਾਂ ਦਾ ਸਮਰਥਨ ਕਰਨ ਦਾ ਐਲਾਨ ਉਹਨਾਂ ਵੱਲੋਂ ਕੀਤਾ ਗਿਆ। ਐਲਾਨ ਕਰਦਿਆਂ ਨਾਲ ਹੀ ਉਹਨਾਂ ਨੇ 10 ਲੱਖ ਦੀ ਰਾਸ਼ੀ ਦੇਣ ਦਾ ਵੀ ਜ਼ਿਕਰ ਕੀਤਾ। ਕ੍ਰਿਸਮਸ ਦੇ ਚੱਲਦਿਆਂ ਵਾਈਟ ਹਾਊਸ ਨੂੰ ਵੀ ਸਜਾਇਆ ਗਿਆ ਹੈ। ਮੈਲਾਨੀਆ ਵੱਲੋਂ ਟਵਿੱਟਰ ਦੇ ਉੱਪਰ ਇਸ ਦੀ ਵੀਡੀਓ ਸਾਂਝੀ ਕੀਤੀ ਗਈ ਹੈ। ਇਸ ਵੀਡੀਓ ਦੇ ਵਿੱਚ ਪੂਰੀ ਡੀਟੇਲ ਦੇ ਵਿੱਚ ਛੋਟੀਆਂ-ਛੋਟੀਆਂ ਚੀਜ਼ਾਂ ਕਲੋਜ਼-ਅਪ ਦੇ ਰਾਹੀਂ ਦਿਖਾਈਆਂ ਗਈਆਂ ਨੇ ਕਿ ਕਿਸ ਤਰ੍ਹਾਂ ਖੂਬਸੂਰਤੀ ਦੇ ਨਾਲ ਵਾਈਟ ਹਾਊਸ ਨੂੰ ਸਜਾਇਆ ਗਿਆ ਹੈ। ਇਸ ਵਾਰ ਦਾ ਜਿਹੜਾ ਥੀਮ ਹੈ ਉਸ ਦੇ ਅਧੀਨ ਟ੍ਰੈਡੀਸ਼ਨਲ ਡੈਕੋਰੇਸ਼ਨ ਕੀਤੀ ਗਈ ਹੈ। ਬਹੁਤ ਸਾਰੇ ਕ੍ਰਿਸਮਸ ਟਰੀ ਜਿਹੜੇ ਤੁਹਾਨੂੰ ਨਜ਼ਰ ਆਉਣਗੇ। ਬਾਕੀ ਤੁਹਾਨੂੰ ਦਿਖਾਉਂਦੇ ਹਾਂ ਵੀਡੀਓ, ਜਿਸ ਵਿੱਚ ਤੁਸੀਂ ਖੁਦ ਹੀ ਵੇਖੋ ਕਿ ਕਿੰਨੇ ਖੂਬਸੂਰਤ ਤਰੀਕੇ ਦੇ ਨਾਲ ਵਾਈਟ ਹਾਊਸ ਨੂੰ ਸਜਾਇਆ ਗਿਆ ਹੈ। ਕੰਟਰੋਵਰਸ਼ੀਅਲ ਕ੍ਰਿਸਮਸ ਕਮੈਂਟਸ ਤੋਂ ਬਾਅਦ ਮੈਲਾਨੀਆ ਟਰੰਪ ਨੇ ਵਾਈਟ ਹਾਊਸ ਹੌਲੀਡੇ ਸਜਾਵਟ ਨੂੰ ਅਨਵੇਲ ਕੀਤਾ ਹੈ।
ਜੀ ਹਾਂ, ਵਿਵਾਦ ਤੋਂ ਹਫ਼ਤਾ ਬਾਅਦ ਜਿਸ ਦੇ ਵਿੱਚ ਮੈਲਾਨੀਆ ਨੇ ਕ੍ਰਿਸਮਸ ਦੀ ਸਜਾਵਟ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਸਨ ਅਤੇ ਜਿਸ ਰਿਕਾਰਡਿੰਗ ਦੇ ਉੱਪਰ ਵਿਵਾਦ ਬਣਿਆ ਸੀ, ਹੁਣ ਮੈਲਾਨੀਆ ਟਰੰਪ ਨੇ ਵਾਈਟ ਹਾਊਸ ਦੇ ਵਿੱਚ ਹੋਈ ਸਜਾਵਟ ਦਿਖਾਈ ਹੈ। ਇਸ ਪੋਸਟ ਨੂੰ ਉਹਨਾਂ ਟਵਿੱਟਰ ਉੱਪਰ ਸਾਂਝਾ ਕੀਤਾ, ਜਿਸ ਦੇ ਵਿੱਚ ਇਸ ਟ੍ਰੈਡੀਸ਼ਨਲ ਡੈਕੋਰੇਸ਼ਨ ਦਾ ਵਰਚੁਅਲ ਟੂਰ ਦਿੱਤਾ ਗਿਆ ਹੈ। ਇਸ ਵੀਡੀਓ ਵਿੱਚ ਮੈਲਾਨੀਆ ਨੇ #WHChristmas ਕੈਪਸ਼ਨ ਲਿਖ ਕੇ ਇਸ ਨੂੰ ਸਾਂਝਾ ਕੀਤਾ। ਇਸ ਵਿੱਚ ਕਈ ਹਰੇ ਕ੍ਰਿਸਮਸ ਟਰੀ ਜਿਨ੍ਹਾਂ ਤੇ ਵਾਈਟ ਲਾਈਟਸ ਅਤੇ ਰੈੱਡ ਆਰਨਾਮੈਂਟਸ ਲੱਗੇ ਹਨ, ਉਹਨਾਂ ਨੂੰ ਦੇਖਿਆ ਜਾ ਸਕਦਾ ਹੈ। ਨਾਲ ਹੀ ਕਲੋਜ਼-ਅਪ ਡੀਟੇਲਸ ਵੀ ਕੈਮਰੇ ਦੇ ਵਿੱਚ ਕੈਦ ਕੀਤੀਆਂ ਗਈਆਂ ਹਨ। ਇਸ ਸਾਲ ਦਾ ਥੀਮ ਅਮਰੀਕਾ ਦ ਬਿਊਟੀਫੁਲ ਰੱਖਿਆ ਗਿਆ ਹੈ। 2019 ਦੇ ਵਿੱਚ ਵੀ ਟ੍ਰੈਡੀਸ਼ਨਲ ਡੈਕੋਰ ਸਟਾਈਲ ਚੁਣਿਆ ਗਿਆ ਸੀ, ਜਿਸ ਦੇ ਵਿੱਚ ਗ੍ਰੀਨ ਕ੍ਰਿਸਮਸ ਟਰੀ, ਰੈੱਡ ਆਰਨਾਮੈਂਟਸ, ਬਲੂ ਬੋਜ਼, ਫਲੋਰਲ ਅਰੇਂਜਮੈਂਟਸ ਨੂੰ ਸਜਾਵਟ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ। ਸੋ ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿ ਆਖਿਰ ਕਿਸ ਤਰ੍ਹਾਂ ਦੀ ਸਜਾਵਟ ਇਸ ਵਾਰ ਵਾਈਟ ਹਾਊਸ ਦੇ ਵਿੱਚ ਕੀਤੀ ਗਈ ਹੈ। ਸਰੀ ਦੇ ਮਾਲ ਦੇ ਬਾਹਰ ਗੋਲੀਬਾਰੀ ਹੋਈ ਹੈ। ਇਸ ਘਟਨਾ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ। ਪੁਲਿਸ ਨੇ ਇਸ ਮੌਕੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਬਾਰੇ ਕੋਈ ਵੀ ਜਾਣਕਾਰੀ ਹੈ ਜਾਂ ਕਿਸੇ ਕੋਲ ਕੋਈ ਸਬੂਤ ਹੈ ਤਾਂ ਉਹ ਪੁਲਿਸ ਦੇ ਨਾਲ ਸੰਪਰਕ ਕਰ ਸਕਦਾ ਹੈ। ਜੋ ਉਹਨਾਂ ਵੱਲੋਂ ਨੰਬਰ ਦੀ ਈਮੇਲ ਜਾਰੀ ਕੀਤਾ ਗਿਆ ਹੈ, ਉਹ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਸਾਂਝੀ ਕਰਾਂਗੇ। ਖਬਰ ਸਰੀ ਤੋਂ ਸਾਹਮਣੇ ਆਈ ਹੈ, ਜਿੱਥੇ ਮਾਲ ਦੇ ਬਾਹਰ ਗੋਲੀਬਾਰੀ ਹੋਈ ਹੈ, ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ। ਸਰੀ ਦੇ ਐਵਰਗ੍ਰੀਨ ਮਾਲ ਦੇ ਬਾਹਰ ਐਤਵਾਰ ਰਾਤ ਗੋਲੀਬਾਰੀ ਹੋਈ। ਵਿਕਟਿਮ ਨੂੰ ਪਾਰਕਿੰਗ ਲਾਟ ਦੇ ਬਾਹਰ ਕਈ ਵਾਰ ਗੋਲੀ ਮਾਰੀ ਗਈ। ਇਸ ਤੋਂ ਬਾਅਦ ਇਸ ਨੂੰ ਮ੍ਰਿਤਕ ਐਲਾਨ ਕੀਤਾ ਗਿਆ। ਦੀ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੂੰ ਇਸ ਮੌਕੇ ਦੇ ਉੱਪਰ ਬੁਲਾਇਆ ਗਿਆ ਸੀ। IHIT ਦੇ ਨਾਲ ਮਿਲ ਕੇ RCMP ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਫਰੇਜ਼ਰ ਹਾਈਵੇ ਨੂੰ 152 ਸਟਰੀਟ ਅਤੇ 156 ਸਟਰੀਟ ਦੋਨਾਂ ਡਾਇਰੈਕਸ਼ਨਸ ਤੋਂ ਬਲੌਕ ਕੀਤਾ ਗਿਆ ਸੀ ਤਾਂ ਕਿ ਪੁਲਿਸ ਇਨਵੈਸਟੀਗੇਸ਼ਨ ਕਰ ਸਕੇ। ਪੁਲਿਸ ਵੱਲੋਂ ਇਹ ਅਪੀਲ ਕੀਤੀ ਗਈ ਹੈ, ਜੇਕਰ ਕਿਸੇ ਨੂੰ ਇਸ ਘਟਨਾ ਬਾਰੇ ਕੋਈ ਵੀ ਜਾਣਕਾਰੀ ਹੈ ਜਾਂ ਕੁਝ ਪਤਾ ਹੈ ਤਾਂ ਉਹ ਪੁਲਿਸ ਦੇ ਨਾਲ ਸੰਪਰਕ ਕਰਨ। ਇਸ ਮੌਕੇ ਪੁਲਿਸ ਨੇ ਆਪਣੀ ਇਨਫੋਰਮੇਸ਼ਨ ਲਾਈਨ ਅਤੇ ਈਮੇਲ ਸਾਂਝੀ ਕੀਤੀ ਹੈ। ਉਹਨਾਂ ਕਿਹਾ ਕਿ ਜੇ ਕਿਸੇ ਕੋਲ ਕੋਈ ਸਬੂਤ ਹੈ ਤਾਂ ਉਹ 1877551 ਦੇ ਉੱਪਰ ਜਾਂ ਫਿਰ IHIT info@rcmp_grc.gc.ca ਤੇ ਸੰਪਰਕ ਕਰ ਸਕਦੇ ਹਨ। ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਇਸ ਘਟਨਾ ਦਾ ਕਾਰਨ ਵੀ ਪਤਾ ਲਗਾਇਆ ਜਾ ਸਕੇ। ਹੁਣ ਅਮਰੀਕਾ ਦੇ ਵਿੱਚ ਵੀ ਕਿਸਾਨ ਪ੍ਰੋਟੈਸਟ ਨੂੰ ਲੈ ਕੇ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਉੱਠੀ ਹੈ। ਅਮਰੀਕਨ ਸਟੇਟ ਆਗੂ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਨਜ਼ਰ ਆਏ ਨੇ। ਉਹਨਾਂ ਵੱਲੋਂ ਟਵੀਟ ਕੀਤਾ ਹੈ, ਜਿੱਥੇ ਉਹਨਾਂ ਨੇ ਕਿਹਾ ਹੈ ਕਿ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਵਾਕਈ ਹੀ ਇਨਹਿਊਮਨ ਨੇ। ਉਹਨਾਂ ਵੱਲੋਂ ਆਪਣੀ ਗੱਲ ਇਸ ਟਵੀਟ ਦੇ ਰਾਹੀਂ ਰੱਖੀ ਗਈ ਹੈ। ਉਹਨਾਂ ਕੀ ਕਿਹਾ, ਬਾਕੀ ਤੁਹਾਡੇ ਨਾਲ ਜਾਣਕਾਰੀ ਇਸ ਖਬਰ ਦੇ ਵਿੱਚ ਸਾਂਝੀ ਕਰਾਂਗੇ। ਕੈਨੇਡਾ ਦੇ MPs ਅਤੇ ਵਿਧਾਇਕਾਂ ਤੋਂ ਬਾਅਦ ਅਮਰੀਕਾ ਦੇ ਵਿੱਚੋਂ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਉੱਠੀ ਹੈ। ਹਾਲ ਹੀ ਦੇ ਵਿੱਚ ਚੁਣੇ ਗਏ ਅਮਰੀਕਨ ਸਟੇਟ ਆਗੂ ਰਣਜੀਤ ਪੁਰੀ ਨੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹੈ। ਉਹਨਾਂ ਕਿਸਾਨਾਂ ਦੇ ਹੱਕ ਦੇ ਵਿੱਚ ਟਵਿੱਟਰ ਦੇ ਉੱਪਰ ਟਵੀਟ ਕੀਤਾ, ਜਿਸ ਵਿੱਚ ਉਹਨਾਂ ਲਿਖਿਆ ਕਿ ਡੈਮੋਕ੍ਰੇਸੀ ਦੇ ਵਿੱਚ ਹਰ ਕਿਸੇ ਨੂੰ ਸ਼ਾਂਤਮਈ ਢੰਗ ਦੇ ਨਾਲ ਪ੍ਰੋਟੈਸਟ ਕਰਨ ਦਾ ਹੱਕ ਹੈ। ਉਹਨਾਂ ਲਿਖਿਆ ਕਿ ਜੋ ਤਸਵੀਰਾਂ ਕਿਸਾਨ ਅੰਦੋਲਨ ਦੀਆਂ ਸਾਹਮਣੇ ਆਈਆਂ ਹਨ ਉਹ ਇਨਹਿਊਮਨ ਟ੍ਰੀਟਮੈਂਟ ਹੈ, ਜਿੱਥੇ ਵਾਟਰ ਕੈਨਨ ਅਤੇ ਟੀਅਰ ਗੈਸ ਚਲਾਏ ਗਏ। ਨਾਲ ਹੀ ਉਹਨਾਂ #support_farmers ਅਤੇ #farmer_protest ਲਗਾਇਆ। ਆਮ ਲੋਕਾਂ ਤੋਂ ਲੈ ਕੇ MPs ਅਤੇ ਵਿਧਾਇਕਾਂ ਵੱਲੋਂ ਵੀ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਜਾ ਰਿਹਾ ਹੈ। ਕੈਨੇਡਾ ਅਤੇ ਅਮਰੀਕਾ ਦੇ ਪੰਜਾਬੀ ਲੀਡਰ ਵੀ ਕਿਸਾਨਾਂ ਨੂੰ ਸਪੋਰਟ ਕਰਦੇ ਹੋਏ ਨਜ਼ਰ ਆ ਰਹੇ ਨੇ। ਦੱਸਦੀਏ ਕਿ ਭਾਰਤ ਦੇ ਵਿੱਚ ਕਿਸਾਨਾਂ ਵੱਲੋਂ ਭਾਰਤ ਦੀ ਰਾਜਧਾਨੀ ਦਿੱਲੀ ਦੇ ਵਿੱਚ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਕਿਸਾਨ ਖੇਤੀ ਕਾਨੂੰਨਾਂ ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਜੋ ਭਾਰਤ ਸਰਕਾਰ ਵੱਲੋਂ ਨਵੇਂ ਖੇਤੀ ਕਾਨੂੰਨ ਲਿਆਂਦੇ ਗਏ, ਕਿਸਾਨ ਉਹਨਾਂ ਦੇ ਖਿਲਾਫ ਹਨ
ਅਤੇ ਲਗਾਤਾਰ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਹਾਲ ਹੀ ਦੇ ਵਿੱਚ ਕੈਨੇਡਾ ਦੇ ਕਈ ਐਮਪੀਜ਼ ਅਤੇ ਵਿਧਾਇਕਾਂ ਵੱਲੋਂ ਵੀ ਆਪਣੀ ਰਾਏ ਰੱਖੀ ਗਈ ਸੀ ਅਤੇ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਉਹ ਨਜ਼ਰ ਆਏ ਸਨ। ਜੇਕਰ ਇੱਥੋਂ ਦੇ ਆਮ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਵੀ ਰੈਲੀਆਂ ਕੱਢੀਆਂ ਜਾ ਰਹੀਆਂ ਨੇ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਖਬਰ ਸਾਹਮਣੇ ਆਈ ਹੈ ਕਿ ਭਾਰਤੀ ਮੂਲ ਦੀ ਨੀਰਾ ਨੂੰ ਵਾਈਟ ਹਾਊਸ ਦੇ ਵਿੱਚ ਇੱਕ ਅਹਿਮ ਅਹੁਦਾ ਮਿਲ ਸਕਦਾ ਹੈ, ਜਾਣੀ ਕਿ ਜੋ ਬਾਈਡਨ ਉਹਨਾਂ ਦੇ ਨਾਮ ਦੀ ਅਪਾਇੰਟਮੈਂਟ ਕਿਸੇ ਇੰਪੋਰਟੈਂਟ ਅਹੁਦੇ ਜਾਣੀ ਕਿ ਉੱਚ ਅਹੁਦੇ ਲਈ ਕਰ ਸਕਦੇ ਨੇ। ਭਾਰਤੀ ਮੂਲ ਦੀ ਨੀਰਾ ਨੂੰ ਵਾਈਟ ਹਾਊਸ ਦੇ ਵਿੱਚ ਇੱਕ ਅਹਿਮ ਅਹੁਦਾ ਮਿਲ ਸਕਦਾ ਹੈ। ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋ ਬਾਈਡਨ ਇੰਡੀਅਨ origin ਦੀ ਨੀਰਾ ਟੰਡਨ ਨੂੰ ਵਾਈਟ ਹਾਊਸ ਦੇ ਵਿੱਚ ਇੰਪੋਰਟੈਂਟ ਪੋਜੀਸ਼ਨ ਦੇਣਾ ਚਾਹੁੰਦੇ ਹਨ। ਉਹਨਾਂ ਨੇ ਟੰਡਨ ਨੂੰ ਮੈਨੇਜਮੈਂਟ ਐਂਡ ਬਜਟ ਆਫਿਸ ਦੇ ਵਿੱਚ ਡਾਇਰੈਕਟਰ ਬਣਾਉਣ ਦਾ ਇਰਾਦਾ ਜ਼ਾਹਰ ਕੀਤਾ ਹੈ। ਉਹ ਜਲਦ ਹੀ ਇਸ ਦਾ ਐਲਾਨ ਕਰ ਸਕਦੇ ਨੇ। ਵਾਈਟ ਹਾਊਸ ਦੇ ਵਿੱਚ ਇਹ ਇੱਕ ਉੱਚ ਅਹੁਦਾ ਹੈ। ਇਸ ਦਫ਼ਤਰ ਦਾ ਕੰਮ ਐਡਮਿਨਿਸਟ੍ਰੇਸ਼ਨ ਬਜਟ ਦੀ ਮੈਨੇਜਮੈਂਟ ਕਰਨਾ ਹੁੰਦਾ ਹੈ। ਅਮਰੀਕੀ ਮੀਡੀਆ ਦੇ ਵਿੱਚ ਆਈ ਖਬਰ ਅਨੁਸਾਰ ਜੇਕਰ ਇਸ ਅਹੁਦੇ ਦੇ ਲਈ ਟੰਡਨ ਦੀ ਨਿਯੁਕਤੀ ਜਾਣੀ ਕਿ ਅਪਾਇੰਟਮੈਂਟ ਹੁੰਦੀ ਹੈ ਤਾਂ ਉਹ ਵਾਈਟ ਹਾਊਸ ਦੇ ਵਿੱਚ ਇਹ ਅਹੁਦਾ ਸੰਭਾਲਣ ਵਾਲੀ ਪਹਿਲੀ ਸਿਆਫਾਮ ਔਰਤ ਹੋਵੇਗੀ। 50 ਸਾਲਾਂ ਦੀ ਟੰਡਨ ਅਜੇ ਥਿੰਕ ਟੈਂਕ ਸੈਂਟਰ ਫਾਰ ਅਮਰੀਕਨ ਪ੍ਰੋਗਰਾਮ ਦੀ ਚੀਫ ਐਗਜ਼ੀਕਿਊਟਿਵ ਹੈ। ਮੀਡੀਆ ਰਿਪੋਰਟ ਦੇ ਮੁਤਾਬਕ ਟੰਡਨ ਦੀ ਸੰਭਾਵਿਤ ਨਿਯੁਕਤੀ ਜਾਣੀ ਕਿ ਅਪਾਇੰਟਮੈਂਟ ਬਾਈਡਨ ਦੀ ਉਸ ਯੋਜਨਾ ਦਾ ਹਿੱਸਾ ਹੈ ਜਿਸ ਤਹਿਤ ਉਹ ਸੰਭਾਵਿਤ ਵਿੱਤ ਮੰਤਰੀ ਜੈਨੇਟ ਯੈਲਨ ਦੇ ਨਾਲ ਕੰਮ ਕਰਨ ਦੇ ਲਈ ਆਰਥਿਕ ਸਲਾਹਕਾਰਾਂ ਦੀ ਇੱਕ ਟੀਮ ਬਣਾਉਣਾ ਚਾਹੁੰਦੇ ਹਨ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ, ਟੰਡਨ ਅਤੇ ਯੈਲਨ ਸਮੇਤ ਹੋਰ ਨਿਯੁਕਤੀਆਂ ਦਾ ਜਲਦ ਹੀ ਐਲਾਨ ਕਰ ਸਕਦੇ ਹਨ। ਇੱਕ ਨਿਊਜ਼ਪੇਪਰ ਰਿਪੋਰਟ ਮੁਤਾਬਕ ਟੰਡਨ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੀ ਕਰੀਬੀ ਰਹੀ ਹੈ। ਟੰਡਨ ਦੇ ਮਾਤਾ-ਪਿਤਾ ਭਾਰਤ ਤੋਂ ਅਮਰੀਕਾ ਦੇ ਵਿੱਚ ਆ ਵਸੇ ਅਤੇ ਟੰਡਨ ਦਾ ਜਨਮ ਇੱਥੇ ਹੋਇਆ ਹੈ। ਕੈਨੇਡਾ ਦੇ ਵਿੱਚ ਵੀ ਟਰੈਵਲ ਨੂੰ ਲੈ ਕੇ ਰੈਸਟ੍ਰਿਕਸ਼ਨਸ ਲੱਗੀਆਂ ਸੀ। ਜਦੋਂ ਤੋਂ ਹੀ ਕੋਵਿਡ-19 ਦੀ ਸ਼ੁਰੂਆਤ ਹੋਈ ਹੈ, ਮਾਰਚ ਮਹੀਨੇ ਤੋਂ ਹੀ ਇਹ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸੀ। ਹੁਣ ਇਸ ਦੇ ਨਾਲ ਸੰਬੰਧਿਤ ਇੱਕ ਅਪਡੇਟ ਸਾਹਮਣੇ ਆਈ ਹੈ ਕਿ ਜਿਹੜੇ ਵਿਜ਼ਿਟਰਸ ਨੇ ਜਾਂ ਬਾਕੀ ਦੇਸ਼ਾਂ ਤੋਂ ਟਰੈਵਲ ਕਰਨਾ ਚਾਹੁੰਦੇ ਨੇ ਕੈਨੇਡਾ, ਉਹਨਾਂ ਦੇ ਉੱਪਰ ਰੋਕ ਲਗਾ ਦਿੱਤੀ ਗਈ ਹੈ। ਇਹ ਰੋਕ ਜਨਵਰੀ ਤੱਕ ਲਗਾਈ ਗਈ ਹੈ। ਪਰ ਨਾਲ ਦੀ ਨਾਲ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਤੇ ਹੋਰ ਵੀ ਕੁਝ ਇਸ ਦੇ ਵਿੱਚ ਜਿਹੜੇ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ, ਜਾਣਕਾਰੀ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਸਾਂਝੀ ਕਰਾਂਗੇ। ਸੋ ਇਹ ਅਪਡੇਟ ਦਿੱਤੀ ਗਈ ਹੈ ਕਿ 21 ਦਸੰਬਰ ਤੱਕ ਅਮਰੀਕਾ ਤੋਂ ਜਾਣੀ ਉਸ ਬਾਰਡਰ ਰਾਹੀਂ ਆਉਣ ਦੇ ਉੱਪਰ ਫਿਲਹਾਲ ਦੇ ਲਈ ਰੋਕ ਲਗਾਈ ਗਈ ਹੈ ਤੇ ਜਨਵਰੀ ਤੱਕ ਜੋ तमाम ਬਾਕੀ ਦੇਸ਼ਾਂ ਤੋਂ ਆਉਣ ਵਾਲੇ ਯਾਤਰੀ ਨੇ ਉਹਨਾਂ ਦੇ ਉੱਪਰ ਰੋਕ ਲਗਾ ਦਿੱਤੀ ਗਈ ਹੈ। ਕੋਵਿਡ-19 ਦੇ ਚੱਲਦਿਆਂ ਕੈਨੇਡਾ ਸਰਕਾਰ ਵੱਲੋਂ ਟਰੈਵਲ ਦੇ ਉੱਪਰ ਰੈਸਟ੍ਰਿਕਸ਼ਨਸ ਲਗਾਈਆਂ ਗਈਆਂ ਸਨ ਅਤੇ ਹੁਣ ਇਸ ਨੂੰ ਲੈ ਕੇ ਅਪਡੇਟ ਸਾਹਮਣੇ ਆਈ ਹੈ। ਕੈਨੇਡਾ ਸਰਕਾਰ ਨੇ ਹੋਰਨਾਂ ਦੇਸ਼ਾਂ ਦੇ ਯਾਤਰੀਆਂ ਦੇ ਕੈਨੇਡਾ ਆਉਣ ਦੇ ਉੱਪਰ ਪਾਬੰਦੀ ਨੂੰ ਹੋਰ ਅੱਗੇ ਵਧਾ ਦਿੱਤਾ ਹੈ, ਜਾਣੀ ਕਿ ਆਪਣੀਆਂ ਟਰੈਵਲ ਰੈਸਟ੍ਰਿਕਸ਼ਨਸ ਨੂੰ 21 ਜਨਵਰੀ ਤੱਕ ਐਕਸਟੈਂਡ ਕਰ ਦਿੱਤਾ ਹੈ। ਇਹ ਸਭ ਕੋਰੋਨਾ ਵਾਇਰਸ ਦੇ ਹੋਰ ਫੈਲਣ ਤੋਂ ਰੋਕਣ ਦੇ ਲਈ ਕੀਤਾ ਗਿਆ। ਦਰਅਸਲ ਕੈਨੇਡਾ ਦੇ ਵਿੱਚ ਵੀ ਹੁਣ ਪੈਂਡੇਮਿਕ ਦਾ ਦੂਜਾ ਗੇੜ ਜਾਣੀ ਕਿ ਸੈਕੰਡ ਵੇਵ ਸ਼ੁਰੂ ਹੋਈ ਹੈ। ਪਬਲਿਕ ਸੇਫਟੀ ਐਂਡ ਐਮਰਜੈਂਸੀ ਤਿਆਰੀ ਬਾਰੇ ਕੈਨੇਡਾ ਦੇ ਮੰਤਰੀ ਬਿਲ ਬਲੇਅਰ ਨੇ ਐਲਾਨ ਕੀਤਾ ਕਿ ਅਮਰੀਕੀ ਨਾਗਰਿਕਾਂ ਦੇ ਉੱਪਰ 21 ਦਸੰਬਰ ਤੱਕ ਅਤੇ ਹੋਰਨਾਂ ਦੇਸ਼ਾਂ ਤੋਂ ਯਾਤਰੀਆਂ ਦੇ ਆਉਣ ਉੱਤੇ ਹੁਣ ਪਾਬੰਦੀ 21 ਜਨਵਰੀ ਤੱਕ ਲੱਗੀ ਰਹੇਗੀ। ਦੱਸ ਦਈਏ ਕਿ ਕੈਨੇਡਾ ਸਰਕਾਰ ਵੱਲੋਂ 16 ਮਾਰਚ ਤੋਂ ਹੀ ਇਹ ਪਾਬੰਦੀਆਂ ਲਗਾਈਆਂ ਗਈਆਂ ਹਨ। ਉਂਝ ਬਹੁਤ ਜ਼ਰੂਰੀ ਕੰਮ ਦੇ ਲਈ ਆਉਣ ਜਾਣ ਵਾਲਿਆਂ ਦੀ ਸੁਵਿਧਾ ਦੇ ਲਈ ਕੁਝ ਖਾਸ ਉਡਾਨਾਂ ਚੱਲ ਰਹੀਆਂ ਨੇ, ਜਾਣੀ ਕਿ ਸਪੈਸ਼ਲ ਫਲਾਈਟਸ ਨੂੰ ਚਲਾਇਆ ਜਾ ਰਿਹਾ ਹੈ। ਕੈਨੇਡੀਅਨ ਨਾਗਰਿਕਾਂ ਦੇ ਰਿਸ਼ਤੇਦਾਰ, ਰਿਕੁਆਇਰਡ ਸਟਾਫ, ਸੀਜ਼ਨਲ ਵਰਕਰ, ਬੱਚੇ, ਬਿਮਾਰ ਅਤੇ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲਿਆਂ ਦੇ ਨਾਲ-ਨਾਲ ਇੰਟਰਨੈਸ਼ਨਲ ਸਟੂਡੈਂਟਸ ਦੇ ਆਉਣ ਦੇ ਉੱਪਰ ਕੋਈ ਰੋਕ ਨਹੀਂ ਹੈ। ਪਹਿਲਾਂ ਕੈਨੇਡਾ ਹਰੇਕ ਮਹੀਨੇ ਦੀ ਆਖਰੀ ਤਾਰੀਖ ਤੱਕ ਇੰਟਰਨੈਸ਼ਨਲ ਟਰੈਵਲ ਤੇ ਪਾਬੰਦੀ ਦੀ ਟਰਮ ਵਧਾਉਂਦਾ ਰਿਹਾ ਹੈ। ਸਰਕਾਰ ਲਗਾਤਾਰ ਯਾਤਰਾ ਪਾਬੰਦੀ ਦੀ ਇਵੈਲੂਏਸ਼ਨ ਕਰਦੀ ਰਹੀ ਹੈ। ਦੱਸ ਦਈਏ ਕਿ ਕੈਨੇਡਾ ਦੇ ਵਿੱਚ ਹੁਣ ਤੱਕ 3,70,000 ਤੋਂ ਪਾਰ ਕੋਵਿਡ ਕੇਸ ਸਾਹਮਣੇ ਆ ਚੁੱਕੇ ਨੇ, ਜਿਨ੍ਹਾਂ ਵਿੱਚੋਂ 12,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੇਸ਼ ਦੇ ਚੀਫ ਪਬਲਿਕ ਹੈਲਥ ਆਫੀਸਰ ਥੈਰੇਸਾ ਟੈਮ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਨਵੇਂ ਮਰੀਜ਼ਾਂ ਦੀ ਗਿਣਤੀ ਰਫ਼ਤਾਰ ਦੇ ਨਾਲ ਜੇਕਰ ਇਸੇ ਤਰ੍ਹਾਂ ਵਧਦੀ ਰਹੀ ਤਾਂ ਦਸੰਬਰ ਮਹੀਨੇ ਦੇ ਅੱਧ ਤੱਕ ਰੋਜ਼ਾਨਾ 10,000 ਮਰੀਜ਼ ਨਵੇਂ ਵੇਖਣ ਨੂੰ ਮਿਲ ਸਕਦੇ ਹਨ। तो ਅਜਿਹੇ ਦੇ ਵਿੱਚ ਕੈਨੇਡਾ ਆਉਣ ਦੇ ਉੱਪਰ ਮੁੜ ਤੋਂ ਰੋਕ ਲੱਗ ਗਈ ਹੈ, ਜਿਸ ਦੇ ਵਿੱਚ ਕੁਝ ਵਰਗ ਨੂੰ ਰਾਹਤ ਦਿੱਤੀ ਗਈ ਹੈ। ਅਮਰੀਕਾ ਦੇ ਵਿੱਚ ਵੀ ਕੋਵਿਡ-19 ਦਾ ਕਹਿਰ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ। ਆਏ ਦਿਨ ਮਾਮਲਿਆਂ ਦੀ ਰਫ਼ਤਾਰ ਵੀ ਨਹੀਂ ਘੱਟ ਨਜ਼ਰ ਆ ਰਹੀ ਤੇ ਮੌਤਾਂ ਦਾ ਅੰਕੜਾ ਵੀ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ। ਅਜਿਹੇ ਦੇ ਵਿੱਚ ਅੱਜ ਜਾਣਕਾਰੀ ਤੁਹਾਡੇ ਨਾਲ ਇਸ ਖਬਰ ਦੇ ਰਾਹੀਂ ਸਾਂਝੀ ਕਰਾਂਗੇ ਕਿ ਮੌਜੂਦਾ ਕੀ ਹਾਲਾਤ ਕੋਵਿਡ-19 ਦੇ ਅਮਰੀਕਾ ਦੇ ਵਿੱਚ ਨੇ। ਸੋ ਇਹ ਜਿਹੜੇ ਲਗਾਤਾਰ ਤੇਜ਼ੀ ਦੇ ਨਾਲ ਵੱਧ ਰਹੇ ਕੋਵਿਡ ਕੇਸਿਸ ਨੇ, ਉਹਨਾਂ ਨੂੰ ਕੰਟਰੋਲ ਕਰਨਾ ਬਹੁਤ ਜ਼ਿਆਦਾ ਇੱਥੇ ਜ਼ਰੂਰੀ ਹੈ। ਅਮਰੀਕਾ ਦੇ ਵਿੱਚ ਲਗਾਤਾਰ ਕੋਵਿਡ-19 ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਤੇ ਮਾਮਲੇ ਤੇਜ਼ੀ ਦੇ ਨਾਲ ਵਧ ਰਹੇ ਹਨ। ਅਮਰੀਕਾ ਦੇ ਵਿੱਚ ਲਗਾਤਾਰ ਕੋਵਿਡ ਕੇਸ ਵਧ ਰਹੇ ਨੇ।
ਕੋਰੋਨਾ ਵਾਇਰਸ ਦੇ ਨਾਲ ਜੂਝ ਰਹੇ ਅਮਰੀਕਾ ਦੇ ਵਿੱਚ ਇਨਫੈਕਟਡ ਲੋਕਾਂ ਦਾ ਅੰਕੜਾ ਤੇਜ਼ੀ ਦੇ ਨਾਲ ਵਧ ਰਿਹਾ ਹੈ। ਇੱਥੇ ਲਗਾਤਾਰ ਜ਼ਿਆਦਾ ਪੋਜ਼ਿਟਿਵ ਕੇਸ ਪਾਏ ਜਾ ਰਹੇ ਹਨ। ਪੀੜਤਾਂ ਦੀ ਕੁੱਲ ਗਿਣਤੀ ਵੱਧ ਕੇ 1,37,60,000 ਤੋਂ ਵੱਧ ਹੋ ਗਈ ਹੈ ਤੇ ਹੁਣ ਤੱਕ ਕੁੱਲ 2,73,000 ਤੋਂ ਵੱਧ ਪੀੜਤਾਂ ਦੀ ਇਸ ਵਾਇਰਸ ਦੇ ਕਾਰਨ ਜਾਨ ਵੀ ਜਾ ਚੁੱਕੀ ਹੈ। ਅਮਰੀਕਾ ਦੇ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਦੱਸਿਆ ਹੈ ਕਿ ਦੇਸ਼ ਦੇ ਵਿੱਚ 1,43,333 ਨਵੇਂ ਪੋਜ਼ਿਟਿਵ ਕੇਸ ਮਿਲੇ, ਜਦਕਿ ਜੌਨਸ ਹਾਪਕਿੰਸ ਯੂਨੀਵਰਸਿਟੀ ਦੇ ਡੇਟਾ ਮੁਤਾਬਕ ਅਮਰੀਕਾ ਦੇ ਵਿੱਚ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 50 ਲੱਖ ਤੋਂ ਪਾਰ ਪਹੁੰਚ ਗਈ ਹੈ। ਇਸ ਦੌਰਾਨ ਨਿਊਯਾਰਕ ਦੇ ਮੇਅਰ ਬਿਲ ਡੀ ਬਲਾਸੀਓ ਨੇ ਸ਼ਹਿਰ ਦੇ ਵਿੱਚ 7 ਦਸੰਬਰ ਤੋਂ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਅਮਰੀਕਾ ਦੇ ਕੁਝ ਹਿੱਸਿਆਂ ਦੇ ਵਿੱਚ ਪਾਬੰਦੀਆਂ ਵੀ ਲਗਾਈਆਂ ਜਾ ਰਹੀਆਂ ਨੇ ਤਾਂ ਕਿ ਉੱਥੇ ਕੋਰੋਨਾ ਵਾਇਰਸ ਦੇ ਉੱਪਰ ਰੋਕਥਾਮ ਕੀਤੀ ਜਾ ਸਕੇ। ਦੱਸੀਏ ਕਿ ਦੁਨੀਆ ਦੇ ਵਿੱਚ ਕੋਰੋਨਾ ਮਹਾਮਾਰੀ ਦੇ ਨਾਲ ਅਮਰੀਕਾ ਸਭ ਤੋਂ ਵੱਧ ਪ੍ਰਭਾਵਿਤ ਹੈ। ਇਸ ਵਿੱਚ ਸਭ ਤੋਂ ਵੱਧ ਇਨਫੈਕਸ਼ਨ ਟੈਕਸਸ 'ਚ ਹੈ। ਇਸ ਸੂਬੇ ਵਿੱਚ ਹੁਣ ਤੱਕ 12.5 ਲੱਖ ਤੋਂ ਵੱਧ ਮਾਮਲੇ ਮਿਲੇ ਹਨ। ਕੈਲੀਫੋਰਨੀਆ ਦੇ ਵਿੱਚ ਵੀ ਕੋਰੋਨਾ ਪੀੜਤਾਂ ਦੀ ਗਿਣਤੀ 12 ਲੱਖ ਤੋਂ ਵੱਧ ਹੈ, ਜਦਕਿ ਫਲੋਰੀਡਾ ਦੇ ਵਿੱਚ ਕਰੀਬ 10 ਲੱਖ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਤੋਂ ਅਜਿਹੇ ਦੇ ਵਿੱਚ ਹੁਣ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਮਰੀਕਾ ਦੇ ਵਿੱਚ ਇਸ ਕੋਵਿਡ-19 ਨੂੰ ਕੰਟਰੋਲ ਕੀਤਾ ਜਾਵੇ। ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕੋਵਿਡ-19 ਦੇ ਕਰਕੇ ਮੁੜ ਤੋਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ। ਓਨਟਾਰੀਓ ਦੇ ਵੀ 5 ਖੇਤਰਾਂ 'ਚ ਅੱਜ ਤੋਂ ਪਾਬੰਦੀਆਂ ਸ਼ੁਰੂ ਹੋ ਰਹੀਆਂ ਨੇ। ਕੀ ਨੇ ਇਹ ਪਾਬੰਦੀਆਂ, ਕੀ ਇਸ ਦੇ ਵਿੱਚ ਹੁਣ ਨਿਯਮਾਂ ਦੀ ਪਾਲਣਾ ਕਰਨੀ ਪਏਗੀ, ਤੁਹਾਡੇ ਨਾਲ ਇਸ ਖਬਰ ਦੇ ਰਾਹੀਂ ਸਾਂਝਾ ਕਰਾਂਗੇ। ਕੈਨੇਡਾ ਦੇ ਓਨਟਾਰੀਓ ਦੇ 5 ਰੀਜਨਸ ਦੇ ਵਿੱਚ ਅੱਜ ਤੋਂ ਸਖਤ ਪਾਬੰਦੀਆਂ ਸ਼ੁਰੂ ਹੋਣਗੀਆਂ। ਕੋਰੋਨਾ ਵਾਇਰਸ ਨੂੰ ਕਾਬੂ ਕਰਨ ਦੇ ਲਈ ਅੱਜ ਇਹ ਰੈਸਟ੍ਰਿਕਸ਼ਨਸ ਓਨਟਾਰੀਓ ਦੇ 5 ਖੇਤਰਾਂ ਦੇ ਵਿੱਚ ਸ਼ੁਰੂ ਹੋ ਰਹੀਆਂ ਹਨ। ਪਿਛਲੇ ਹਫ਼ਤੇ ਪ੍ਰੋਵਿੰਸ਼ੀਅਲ ਸਰਕਾਰ ਨੇ ਵਿੰਡਸਰ ਐਸੈਕਸ ਨੂੰ ਰੈੱਡ ਅਲਰਟ ਲੈਵਲ ਦੇ ਵਿੱਚ ਮੂਵ ਕਰਨ ਦਾ ਐਲਾਨ ਕੀਤਾ ਸੀ। ਇਸ ਤਹਿਤ ਇੰਡੋਰ ਡਾਈਨਿੰਗ ਰੈਸਟੋਰੈਂਟ ਅਤੇ ਬਾਰਸ ਦੇ ਵਿੱਚ 10 ਜਾਣਿਆਂ ਦੀ ਇਜਾਜ਼ਤ ਹੈ, ਜਦਕਿ ਇੰਡੋਰ ਸੋਸ਼ਲ ਗੈਦਰਿੰਗ ਦੇ ਵਿੱਚ 5 ਅਤੇ ਆਊਟਡੋਰ ਦੇ ਵਿੱਚ 25 ਦੀ ਇਜਾਜ਼ਤ ਹੋਵੇਗੀ। ਹੈਲਦੀਮਨ ਨਾਰਥਫੋਕ ਨੂੰ ਔਰੇਂਜ ਲੈਵਲ ਦੇ ਵਿੱਚ ਅਤੇ ਹੈਸਟਿੰਗਸ ਪ੍ਰਿੰਸ ਐਡਵਰਡ, ਲੈਂਪਟਨ ਅਤੇ ਨਾਰਥ ਵੈਸਟਰਨ ਨੂੰ ਯੈਲੋ ਲੈਵਲ ਦੇ ਵਿੱਚ ਰੱਖਿਆ ਗਿਆ ਹੈ। ਪ੍ਰੋਵਿੰਸ ਨੇ ਕਿਹਾ ਹੈ ਕਿ ਇਹ ਰੀਜਨਸ ਨਿਊ ਕੈਟਾਗਰੀ ਦੇ ਵਿੱਚ 28 ਦਿਨਾਂ ਤੱਕ ਰਹਿਣਗੇ। ਆਫੀਸ਼ੀਅਲਸ ਨੇ ਕਿਹਾ ਕਿ ਇਹ ਪਬਲਿਕ ਹੈਲਥ ਡੇਟਾ ਹਫ਼ਤਾਵਾਰੀ ਜਾਣੀ ਕਿ ਵੀਕਲੀ ਚੈੱਕ ਕੀਤਾ ਜਾਵੇਗਾ, ਜਿਸ ਅਨੁਸਾਰ ਉਹ ਅੱਗੇ ਦਾ ਫੈਸਲਾ ਲੈਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕੋਵਿਡ-19 ਦੀ ਸੈਕੰਡ ਵੇਵ ਦੇ ਚੱਲਦਿਆਂ ਮੁੜ ਤੋਂ ਸਖਤ ਪਾਬੰਦੀਆਂ ਕੀਤੀਆਂ ਜਾ ਰਹੀਆਂ ਨੇ। ਹੁਣ ਇਹੀ ਟੀਚਾ ਰੱਖਿਆ ਗਿਆ ਹੈ ਕਿ ਜਲਦ ਤੋਂ ਜਲਦ ਇਸ ਕੋਵਿਡ-19 ਦੇ ਉੱਪਰ ਕਾਬੂ ਪਾਇਆ ਜਾਵੇ, ਜਦ ਤੱਕ ਕੈਨੇਡਾ ਵਾਸੀਆਂ ਦੇ ਲਈ ਕੋਵਿਡ-19 ਦੀ ਵੈਕਸੀਨ ਮਿਲ ਨਹੀਂ ਜਾਂਦੀ। Earlier today, General Hillier and I met with Ministers Elliott and Jones to discuss plans for the rollout of COVID-19 vaccines in Ontario. I want to again thank General Hillier for agreeing to oversee our vaccine task force. This task force will be responsible for the largest vaccine rollout in a generation, a massive logistical undertaking, the likes of which this province has never seen. Because as soon as these vaccines are available, we have to be ready. We need military precision. And General Hillier, he will bring the same expertise, the same disciplined leadership to this mission as he has to every other national and global engagement throughout his distinguished career. But my friends, make no mistake, this will be a monumental effort. When you look at a province the size of Ontario with as many variables as we're facing, without proper planning, without proper information, this could be a logistical nightmare. That's why, as we continue planning, we need certainty from the federal government. We need to know which kind of vaccines we'll be getting, because each vaccine will come with unique requirements and potential challenges. And we also need to know how many vaccines we'll receive each week. We need a clear line of sight into the timelines of the shipments. Without a clear understanding of how many vaccines we'll get, it's impossible to plan how many staff we need, how many trucks we need, how many freezers we need. My friends, the federal government is responsible for procurement of this vaccine. But as the provinces, we will be the ones distributing the vaccine across Ontario to our frontline partners to administrate it.
ਕੈਨੇਡਾ ਦੇ ਵਿੱਚ ਲਗਾਤਾਰ ਕੋਵਿਡ-19 ਦੇ ਜ਼ਿਆਦਾ ਮਾਮਲੇ ਰਿਪੋਰਟ ਹੋ ਰਹੇ ਹਨ। ਸੋ ਇਹ ਜਿਹੜੇ ਰੋਜ਼ਾਨਾ ਮਾਮਲੇ ਸਾਹਮਣੇ ਆ ਰਹੇ ਨੇ, ਇਹ ਮਾਹਿਰਾਂ ਵਾਸਤੇ, ਸਿਹਤ ਮਾਹਿਰਾਂ ਵਾਸਤੇ ਵੀ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ। ਇਸ ਖਬਰ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਕੈਨੇਡਾ ਦੇ ਵਿੱਚ ਕੀ ਹੈ ਕੇਸਿਸ ਓਵਰਵਿਊ, ਕਿੱਥੋਂ ਕਿੰਨੇ ਮਾਮਲੇ ਕੋਵਿਡ-19 ਦੇ ਰਿਪੋਰਟ ਹੋਏ ਹਨ। ਇਸ ਖਬਰ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਹਨ। ਓਨਟਾਰੀਓ ਤੋਂ 1746 ਕੋਵਿਡ-19 ਦੇ ਕੇਸਿਸ ਰਿਪੋਰਟ ਹੋਏ। ਓਨਟਾਰੀਓ ਦੇ 5 ਰੀਜਨਸ ਦੇ ਵਿੱਚ ਅੱਜ ਤੋਂ ਸਖਤ ਪਾਬੰਦੀਆਂ ਵੀ ਸ਼ੁਰੂ ਹੋ ਰਹੀਆਂ ਹਨ। 622 ਟੋਰਾਂਟੋ ਤੋਂ, 390 ਪੀਲ ਰੀਜਨ ਤੋਂ, 217 ਯਾਰਕ ਰੀਜਨ ਤੋਂ ਅਤੇ 108 ਦਰਹਮ ਰੀਜਨ ਤੋਂ ਮਾਮਲੇ ਰਿਪੋਰਟ ਹੋਏ ਹਨ। ਵਾਟਰਲੂ ਰੀਜਨ ਦੇ ਵਿੱਚ 74, ਹੈਮਿਲਟਨ ਰੀਜਨ ਦੇ ਵਿੱਚ 54, ਵਿੰਡਸਰ ਦੇ ਵਿੱਚ 38, ਹਾਲਟਨ ਰੀਜਨ ਦੇ ਵਿੱਚ 35, ਓਟਵਾ ਦੇ ਵਿੱਚ 29, ਨਾਇਗਰਾ ਰੀਜਨ ਦੇ ਵਿੱਚ 22 ਕੇਸਿਸ ਰਿਕਾਰਡ ਹੋਏ ਹਨ। ਇਹਨਾਂ ਦੇ ਵਿੱਚੋਂ 102 ਸਕੂਲ ਰਿਲੇਟਡ ਹਨ, ਜਿਨ੍ਹਾਂ ਦੇ ਵਿੱਚੋਂ 86 ਸਟੂਡੈਂਟਸ ਅਤੇ 15 ਸਟਾਫ ਹਨ। ਇੱਥੇ 14,197 ਕਨਫਰਮਡ ਐਕਟਿਵ ਕੇਸਿਸ ਹਨ। 39,409 ਦੇ ਕਰੀਬ ਟੈਸਟ ਕੀਤੇ ਗਏ ਹਨ। ਕਿਊਬੈਕ ਤੋਂ 1,333 ਕੇਸ ਰਿਕਾਰਡ ਹੋਏ ਅਤੇ ਕੋਵਿਡ ਕਾਰਨ 23 ਮੌਤਾਂ ਵੀ ਹੋਈਆਂ ਹਨ। ਹੁਣ ਤੱਕ ਇੱਥੇ 1,42,371 ਕੇਸਿਸ ਸਾਹਮਣੇ ਆਏ ਅਤੇ 7,056 ਮੌਤਾਂ ਵੀ ਹੋ ਚੁੱਕੀਆਂ ਹਨ। 693 ਮਰੀਜ਼ ਹਸਪਤਾਲ ਦੇ ਵਿੱਚ ਨੇ ਅਤੇ 54 ਇੰਟੈਂਸਿਵ ਕੇਅਰ ਅਧੀਨ ਹਨ। ਮੈਨੀਟੋਬਾ ਤੋਂ 343 ਕੋਵਿਡ ਕੇਸ ਅਤੇ 11 ਮੌਤਾਂ ਦਰਜ ਕੀਤੀਆਂ ਗਈਆਂ ਨੇ। ਦੱਸੀਏ ਕਿ ਕੈਨੇਡਾ ਦੇ ਵਿੱਚ ਲਗਾਤਾਰ ਨਵੇਂ ਕੇਸਿਸ ਦਾ ਰੋਜ਼ਾਨਾ ਸਾਹਮਣੇ ਆਉਣਾ ਜਾਰੀ ਹੈ। ਅਜਿਹੇ 'ਚ ਹੁਣ ਸਭ ਦੀਆਂ ਨਿਗਾਹਾਂ ਕੋਵਿਡ-19 ਦੇ ਵੈਕਸੀਨ ਦੇ ਉੱਪਰ ਟਿਕੀਆਂ ਹੋਈਆਂ ਹਨ। ਇਸ ਨੂੰ ਲੈ ਕੇ ਨਵੇਂ ਅਪਡੇਟ ਰੋਜ਼ਾਨਾ ਸਾਹਮਣੇ ਆ ਰਹੇ ਹਨ। ਗੱਲ ਕਰਦੇ ਹਾਂ ਕੈਨੇਡਾ ਕੇਸਿਸ ਓਵਰਵਿਊ ਦੀ, ਤਾਂ ਹੁਣ ਤੱਕ 3,74,000 ਦੇ ਕਰੀਬ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਨੇ। 12,076 ਦੇ ਕਰੀਬ ਮੌਤਾਂ ਵੀ ਇਸ ਕੋਵਿਡ ਵਾਇਰਸ ਕਾਰਨ ਇੱਥੇ ਹੋ ਚੁੱਕੀਆਂ ਨੇ। ਠੀਕ ਹੋਣ ਵਾਲੇ ਮਰੀਜ਼ਾਂ ਦੀ ਗੱਲ ਕਰੀਏ ਤਾਂ 2,97,000 ਦੇ ਕਰੀਬ ਇੱਥੇ ਰਿਕਵਰਡ ਕੇਸਿਸ ਹਨ। ਜਾਂਦੇ ਇੱਕ ਵਾਰ ਫਿਰ ਤੋਂ ਟੀਵੀ ਪੰਜਾਬ ਦੇਖਣ ਵਾਲੇ तमाम ਦਰਸ਼ਕਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਆਖਦੇ ਹਾਂ ਤੇ ਨਾਲ ਹੀ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰਕਾਸ਼ ਪੁਰਬ ਦੀ ਵਧਾਈ, ਜਗਮੀਤ ਸਿੰਘ ਨੇ ਵੀ ਕੀਤਾ ਟਵੀਟ। ਕੈਨੇਡਾ ਦੇ ਗੁਰਦੁਆਰਾ ਸਾਹਿਬ ਵੀ ਆਏ ਕਿਸਾਨਾਂ ਦੇ ਹੱਕ ਦੇ ਵਿੱਚ, ਕੀਤਾ 10 ਲੱਖ ਦੇਣ ਦਾ ਐਲਾਨ। ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਦੇ ਵਿੱਚ ਵੀ ਉੱਠੀ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼। ਅਮਰੀਕਨ ਸਟੇਟ ਆਗੂ ਵੀ ਆਏ ਕਿਸਾਨਾਂ ਦੇ ਹੱਕ ਦੇ ਵਿੱਚ। ਸਰੀ ਦੇ ਵਿੱਚ ਮਨਾਇਆ ਗਿਆ ਪ੍ਰਕਾਸ਼ ਦਿਹਾੜਾ, ਕੋਵਿਡ ਗਾਈਡਲਾਈਨਸ ਦਾ ਕੀਤਾ ਗਿਆ ਪਾਲਣ। ਕ੍ਰਿਸਮਸ ਦੇ ਲਈ ਸਜਾਇਆ ਗਿਆ ਵਾਈਟ ਹਾਊਸ, ਮੈਲਾਨੀਆ ਨੇ ਦਿਖਾਈ ਵਾਈਟ ਹਾਊਸ ਦੀ ਸਜਾਵਟ। ਕੈਨੇਡਾ ਦੇ ਵਿੱਚ ਕੋਵਿਡ-19 ਅਪਡੇਟ, ਦੱਸਾਂਗੇ ਕਿੱਥੋਂ ਆਏ ਕਿੰਨੇ ਕੋਵਿਡ-19 ਦੇ ਮਾਮਲੇ। ਸੋ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।